ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਮੈਂ ਹਾਂ ਇਸ਼ੂ ਤੇ ਸਾਡੇ ਨਾਲ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਖਬਾਰਾਂ ਦੀਆਂ ਅਹਿਮ ਸੁਰਖੀਆਂ ਤੇ ਝਾਤ ਪਾਉਣ ਦੇ ਲਈ ਉਹਨਾਂ ਅਹਿਮ ਸੁਰਖੀਆਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਬਤੌਰ ਮਾਹਰ ਮਹਿਮਾਨ ਮੌਜੂਦ ਨੇ ਪੰਜਾਬ ਟਾਈਮਸ ਦੇ ਐਡੀਟਰ ਬਲਜੀਤ ਸਿੰਘ ਬਰਾੜ ਜੀ। ਆਓ ਕਰਦੇ ਹਾਂ ਉਹਨਾਂ ਦਾ ਸਵਾਗਤ। ਬਰਾੜ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ। ਬਰਾੜ ਸਾਹਿਬ, ਹੁਣ ਅਸੀਂ ਸ਼ੁਰੂਆਤ ਕਰਦੇ ਹਾਂ ਖਬਰਾਂ ਦੀ। ਤਾਂ ਅੱਜ ਦੀ ਜਿਹੜੀ ਪਹਿਲੀ ਅਹਿਮ ਖਬਰ ਹੈ ਉਹ ਹੈ ਚੋਣਾਂ ਦੇ ਨਾਲ ਜੁੜੀ ਹੋਈ। ਪੰਜਾਬ ਰਾਜ ਦੇ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਐਲਾਨ ਕੀਤੇ ਗਏ ਨੇ ਤੇ ਇਹਨਾਂ ਚੋਣਾਂ ਦੇ ਜਿਹੜੇ ਨਤੀਜੇ ਨੇ ਉਹ ਕੀ ਸਿਆਸੀ ਸੰਕੇਤ ਦੇ ਰਹੇ ਨੇ? ਪਹਿਲੀ ਗੱਲ ਤਾਂ ਸਾਨੂੰ ਇਹ ਜਿਹੜੇ ਚੋਣ ਨਤੀਜੇ ਆਏ ਨੇ ਕਿ ਸ਼ਹਿਰੀ ਖੇਤਰ ਦੇ ਵੋਟਰਾਂ ਨੇ ਹਿੱਸਾ ਲਿਆ ਇਹਦੇ ਵਿੱਚ ਜੀ। ਇਹਦੇ ਵਿੱਚ 8 ਨਗਰ ਨਿਗਮਾਂ ਪੰਜਾਬ ਦੀ ਲਈ ਚੋਣ ਹੋਈ ਹੈਗੀ ਤੇ 109 ਜਿਹੜੀਆਂ ਨਗਰ ਕੌਂਸਲ ਜਾਂ ਪੰਚਾਇਤਾਂ ਦੀ ਚੋਣ ਹੋਈ ਹੈਗੀ ਜੀ। ਇਹ ਚੋਣ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਲੋਕਾਂ ਨੇ ਬਹੁਤ ਵੱਡੀ ਗਿਣਤੀ 'ਚ ਹਿੱਸਾ ਲਿਆ। ਵੋਟਾਂ ਦੇ ਵਿੱਚ 71% ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ। ਇਹ ਇੱਕ ਮੇਰੇ ਖਿਆਲ ਸ਼ੁਭ ਸੰਕੇਤ ਹੈ। ਸਿਰਫ ਇੱਕ ਗੱਲ ਇਹਦੇ ਵਿੱਚ ਇਹ ਹੈ ਵੀ ਕਿਉਂਕਿ ਇਹਨਾਂ ਚੋਣਾਂ ਦੇ ਜਿਹੜੇ ਨਤੀਜੇ ਨੇ ਉਹ ਇੱਕ ਪਾਸੜ ਹੁਕਮਰਾਨ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਏ ਨੇ ਤੇ ਵਿਰੋਧੀ ਧਿਰ ਦਾ ਕਮਜ਼ੋਰ ਹੋਣਾ ਇੱਕ ਬਹੁਤ ਚਿੰਤਾਜਨਕ ਗੱਲ ਹੈ ਪੰਜਾਬ ਦੇ ਵਿੱਚ, ਕਿਉਂਕਿ ਮੌਜੂਦਾ ਹਾਲਾਤਾਂ ਦੇ ਵਿੱਚ ਬੇਸ਼ੱਕ ਜਿਹੜੀਆਂ ਲੋਕਲ ਬਾਡੀ ਚੋਣਾਂ ਦੇ ਵਿੱਚ ਲੋਕ ਸਥਾਨਕ ਮੁੱਦਿਆਂ 'ਤੇ ਵੋਟਾਂ ਪਾਉਂਦੇ ਨੇ, ਜਿਹੜੇ ਵਿਕਾਸ ਨਾਲ ਜੁੜੇ ਹੋਏ ਮੁੱਦੇ ਨੇ ਤੇ ਲੋਕਾਂ ਦੀ ਇੱਛਾ ਹੁੰਦੀ ਹੈ ਵੀ ਆਪਣੇ ਸ਼ਹਿਰੀ ਵਿਕਾਸ ਦੇ ਵਿੱਚ ਸਰਕਾਰ ਵੱਧ ਤੋਂ ਵੱਧ ਯੋਗਦਾਨ ਪਾਵੇ। ਇਸ ਕਰਕੇ ਸਰਕਾਰ ਦੇ ਹੱਕ 'ਚ ਹੀ ਜ਼ਿਆਦਾਤਰ ਵੋਟਰ ਭੁਗਤਦੇ ਨੇ, ਉਹ ਕੋਈ ਵੀ ਸਰਕਾਰ ਹੋਵੇ ਜੀ। ਪਰ ਇਹ ਚੋਣਾਂ ਦੇ ਵਿੱਚ ਇੱਕ ਵੱਡੀ ਗੱਲ ਦੇਖਣ ਨੂੰ ਮਿਲੀ ਵੀ ਵੱਡੀ ਗਿਣਤੀ 'ਚ ਲੋਕਾਂ ਨੇ ਆਜ਼ਾਦ ਉਮੀਦਵਾਰਾਂ ਨੂੰ ਚੁਣਿਆ। ਬੇਸ਼ੱਕ ਉਹਨਾਂ 'ਚੋਂ ਕਈਆਂ ਦਾ ਸਿਆਸੀ ਪਿਛੋਕੜ ਵੀ ਹੈਗਾ, ਪਰ ਇਹ ਇੱਕ ਸੰਕੇਤ ਆ ਸਿਆਸੀ ਪਾਰਟੀਆਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ। ਕਿਸੇ ਨਾ ਕਿਸੇ ਥੋੜ੍ਹਾ ਜਿਹਾ ਇਹ ਸੰਕੇਤ ਮਿਲਦਾ ਕੁਝ ਲੋਕ ਸਿਆਸੀ ਸਿਸਟਮ ਦੇ ਨਾਲ, ਸਿਆਸੀ ਪਾਰਟੀਆਂ ਦੇ ਨਾਲ ਨਾਰਾਜ਼ ਨੇ ਜੀ। ਉਹ ਨਾਰਾਜ਼ਗੀ ਨੂੰ ਦੂਰ ਕਰਨ ਲਈ ਸਿਆਸੀ ਪਾਰਟੀਆਂ ਨੂੰ ਆਪਣੇ ਪੱਧਰ 'ਤੇ ਕਦਮ ਚੁੱਕਣੇ ਚਾਹੀਦੇ ਨੇ, ਲੋਕਾਂ ਨਾਲ ਜੁੜੀ ਹੋਈ ਸਿਆਸਤ ਕਰਨੀ ਚਾਹੀਦੀ ਹੈਗੀ। ਇੱਕ ਇਹ ਹੈਗਾ। ਦੂਸਰਾ ਇਹ ਹੈ ਵੀ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਕੁਝ ਸ਼ਹਿਰਾਂ 'ਚ ਹਿੰਸਾ ਬਹੁਤੀ ਨਹੀਂ ਹੋਈ ਹੈਗੀ, ਬੜੀ ਪੀਸਫੁਲ ਤਰੀਕੇ ਨਾਲ ਵੋਟਾਂ ਪਈਆਂ ਨੇ, ਇਹ ਵੀ ਇੱਕ ਚੰਗੀ ਗੱਲ ਹੈਗੀ। ਇਹਦੇ ਵਿੱਚ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧ ਵੀ ਮੈਂ ਸਮਝਦਾ ਬਹੁਤ ਵੱਡੇ ਜ਼ਿੰਮੇਵਾਰ ਨੇ। ਤੇ ਦੂਸਰਾ ਇਹ ਹੈ ਵੀ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਦੇ ਨਾਲ ਇਹ ਸਾਰੀ ਵੋਟ ਸਿਸਟਮ ਹੈ ਜਿਹੜਾ ਲੋਕਤੰਤਰ ਹੈ ਉਹਦੇ ਵਿੱਚ ਆਪਣੀ ਹਿੱਸੇਦਾਰੀ ਪਾਈ ਹੈ। ਇਹਦੇ ਲਈ ਸਾਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ। ਪਰ ਜਿਹੜੇ ਚੋਣਾਂ ਦੇ ਟੋਟਲ ਜਿਹੜੇ ਨਤੀਜੇ ਆ ਰਹੇ ਨੇ, ਹਲੇ ਇੱਕ ਨਗਰ ਨਿਗਮ ਜਿਹੜੀ ਮੁਹਾਲੀ ਦੀ ਹੈ ਉਹਦੇ ਨਤੀਜੇ ਹਲੇ ਆਉਣੇ ਨੇ ਤੇ 6 ਦੇ ਵਿੱਚ ਕਾਂਗਰਸ ਨੂੰ ਸਪਸ਼ਟ ਬਹੁਮਤ ਮਿਲ ਚੁੱਕਾ ਹੈ। ਤੇ ਹੁਣ ਅੱਗੋਂ ਜ਼ਿੰਮੇਵਾਰੀ ਇਹ ਹੈ ਕਿਉਂਕਿ ਵੋਟਰਾਂ ਨੇ ਇੱਕ ਜ਼ਿੰਮੇਵਾਰੀ ਪਾਈ ਹੈ ਸਿਆਸੀ ਪਾਰਟੀਆਂ ਉੱਪਰ, ਜਿਹੜੇ ਸ਼ਹਿਰੀ ਵਿਕਾਸ ਨਾਲ ਜੁੜੇ ਮੁੱਦੇ ਨੇ। ਕਿਉਂਕਿ 1 ਸਾਲ ਤੋਂ ਕੋਵਿਡ ਦੇ ਕਾਰਨ ਲਗਾਤਾਰ ਕੋਈ ਇਸ ਤਰ੍ਹਾਂ ਦੀ ਸਰਗਰਮੀ ਨਹੀਂ ਹੋ ਰਹੀ ਸੀ, ਵਿਕਾਸ ਦੀ ਸਰਗਰਮੀ ਰੁਕੀਆਂ ਹੋਈਆਂ ਸੀ। ਇਸ ਕਰਕੇ ਜਿਹੜੀਆਂ ਪਾਰਟੀਆਂ ਜਿੱਤੀਆਂ ਨੇ, ਜਿਨ੍ਹਾਂ ਪਾਰਟੀਆਂ ਨੂੰ ਬਹੁਮਤ ਮਿਲਿਆ ਜਿੱਥੇ ਵੀ, ਉਹ ਆਪਣੇ ਪੱਧਰ 'ਤੇ ਯਤਨ ਕਰਨ, ਲੋਕਾਂ ਦੀਆਂ ਉਮੀਦਾਂ ਉੱਪਰ ਖਰੀਆਂ ਉਤਰਨ, ਜਿਹੜੀਆਂ ਸ਼ਹਿਰੀ ਸਹੂਲਤਾਂ ਨੇ ਉਹਨਾਂ ਵਿੱਚ ਵਾਧਾ ਕਰਨ, ਹੋਰ ਵੱਧ ਪੈਸਾ ਲਾਇਆ ਜਾਣਾ ਚਾਹੀਦਾ ਸ਼ਹਿਰਾਂ ਦੇ ਵਿੱਚ ਸਹੂਲਤਾਂ ਦੇ ਉੱਪਰ, ਸਾਫ਼ ਸਫਾਈ ਦੇ ਉੱਪਰ, ਸੜਕਾਂ ਉੱਪਰ, ਸੀਵਰੇਜ ਉੱਪਰ। ਇਹ ਗੱਲ ਵੱਲ ਧਿਆਨ ਦੇਣਾ ਚਾਹੀਦਾ। ਸਿਆਸਤ ਮੇਰੇ ਖਿਆਲ ਚੋਣਾਂ ਤੱਕ ਹੀ ਸੀਮਿਤ ਰੱਖਣੀ ਚਾਹੀਦੀ ਹੈ, ਅੱਗੋਂ ਨਹੀਂ ਸਿਆਸਤ ਕਰਨੀ ਚਾਹੀਦੀ। ਬਿਹਤਰ ਹੋਏਗਾ ਵੀ ਸਾਰੀਆਂ ਸਿਆਸੀ ਪਾਰਟੀਆਂ ਜਾਂ ਸਾਰੇ ਜਿਹੜੇ ਚੁਣੇ ਗਏ ਨੁਮਾਇੰਦੇ ਨੇ ਉਹ ਇੱਕ ਦੂਜੇ ਨਾਲ ਤਾਲਮੇਲ ਕਰਕੇ, ਇੱਕ ਦੂਜੇ ਨਾਲ ਸਹਿਯੋਗ ਕਰਕੇ ਸ਼ਹਿਰੀ ਵਿਕਾਸ ਵੱਲ ਧਿਆਨ ਦੇਣ ਜੀ। ਇਸ ਦੇ ਨਾਲ ਹੀ ਹੁਣ ਗੱਲ ਕਰਦੇ ਹਾਂ ਕਰੋਨਾ ਮਹਾਮਾਰੀ ਦੀ, ਕਿਉਂਕਿ ਪੰਜਾਬ ਰਾਜ ਦੀ ਅਸੀਂ ਜੇ ਗੱਲ ਕਰੀਏ ਤਾਂ ਕਰੋਨਾ ਦੇ ਜਿਹੜੇ ਕੇਸ ਨੇ, ਸੰਕਰਮਿਤਾਂ ਦੀ ਗਿਣਤੀ ਹੈ ਜਿਹੜੀ ਉਹ ਵੱਧਦੀ ਜਾ ਰਹੀ ਹੈ। ਕੱਲ੍ਹ ਸੂਬੇ ਦੇ ਵਿੱਚ 321 ਕਰੋਨਾ ਸੰਕਰਮਿਤ ਕੇਸ ਮਿਲੇ ਨੇ ਤੇ 6 ਮੌਤਾਂ ਵੀ ਦਰਜ ਕੀਤੀਆਂ ਗਈਆਂ ਨੇ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹਨਾਂ ਵਿਗੜਦੇ ਹੋਏ ਹਾਲਾਤਾਂ ਨੂੰ? ਦੇਖੋ, ਹਾਲਤ ਤਾਂ ਇੰਨੇ ਜ਼ਿਆਦਾ ਨਹੀਂ ਵਿਗੜੇ ਹੈਗੇ, ਮੈਂ ਸਮਝਦਾ ਹਾਲਤ ਕਾਬੂ ਹੇਠ ਹੀ ਨੇ ਤੇ ਸਥਿਤੀ ਲਗਾਤਾਰ ਸੁਧਰ ਰਹੀ ਹੈ। ਪਰ ਜਿਹੜੇ ਕੇਸ ਆ ਰਹੇ ਨੇ ਉਹ ਕਈ ਥਾਵਾਂ 'ਤੇ ਜਿਹੜੀ ਸਾਡੀ ਅਣਗਹਿਲੀ ਹੈਗੀ ਵਿਅਕਤੀਗਤ ਪੱਧਰ 'ਤੇ ਜਾਂ ਸਮੂਹ ਪੱਧਰ 'ਤੇ, ਉਹਦੇ ਕਾਰਨ ਕੇਸ ਆ ਰਹੇ ਨੇ। ਕਿਉਂਕਿ ਜਿੱਥੇ ਅਸੀਂ ਜਿਹੜੀਆਂ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ, ਸਿਹਤ ਵਿਭਾਗ ਨੇ ਜਿਵੇਂ ਸਾਨੂੰ ਕਿਹਾ ਹੈਗਾ ਵੀ ਅਸੀਂ ਹੱਥ ਧੋਣੇ ਨੇ, ਆਪਣੇ ਦੂਰੀ ਰੱਖਣੀ ਹੈਗੀ, ਇਹ ਚੀਜ਼ਾਂ ਵੱਲ ਅਸੀਂ ਧਿਆਨ ਕਈ ਵਾਰੀ ਨਹੀਂ ਦਿੰਦੇ ਜਾਂ ਬੇਧਿਆਨੀ ਅਸੀਂ ਕਰ ਦਿੰਦੇ ਹਾਂ। ਸਾਨੂੰ ਜ਼ਰੂਰਤ ਹੈ ਇਹਨਾਂ ਗੱਲਾਂ ਵੱਲ ਧਿਆਨ ਦੇਈਏ, ਆਪਣੀ ਸਿਹਤ ਦਾ ਖਿਆਲ ਰੱਖੀਏ, ਆਪਣੇ ਪਰਿਵਾਰ ਦੀ, ਆਪਣੇ ਆਲੇ ਦੁਆਲੇ ਦੀ ਸਿਹਤ ਦਾ ਖਿਆਲ ਰੱਖੀਏ। ਜੇ ਅਸੀਂ ਇਹ ਸਾਰੀਆਂ ਹਦਾਇਤਾਂ ਦੀ ਪਾਲਣਾ ਕਰੀਏ ਤਾਂ ਮੇਰੇ ਖਿਆਲ ਇਹ ਕੇਸ ਹੋਰ ਘੱਟ ਸਕਦੇ ਨੇ। ਪਰ ਇਹ ਚੰਗੀ ਗੱਲ ਹੈ ਵੀ ਸਰਕਾਰ ਵੱਲੋਂ ਬਹੁਤ ਅੱਛੇ ਪ੍ਰਬੰਧ ਕੀਤੇ ਗਏ ਨੇ, ਜਿਹੜੇ ਸਿਹਤ ਵਿਭਾਗ ਬਹੁਤ ਅੱਛਾ ਕੰਮ ਕਰ ਰਹੇ, ਉਹਦੀਆਂ ਟੀਮਾਂ ਸਾਰੇ ਖੇਤਰ ਦੇ ਵਿੱਚ, ਪੰਜਾਬ ਦੇ ਵਿੱਚ ਬਹੁਤ ਅੱਛਾ ਕੰਮ ਕਰ ਰਹੀਆਂ ਨੇ। ਇਸੇ ਕਰਕੇ ਦੂਜੇ ਸੂਬਿਆਂ ਨਾਲੋਂ ਸਾਡੀ ਸਥਿਤੀ ਬਿਹਤਰ ਹੈਗੀ, ਦੂਜੇ ਸੂਬਿਆਂ ਨਾਲੋਂ ਅਸੀਂ ਚੰਗਾ ਕੰਮ ਕਰ ਰਹੇ ਹਾਂ। ਇੱਕ ਇਹ ਹੈ ਵੀ ਜਿਹੜਾ ਕੋਵਿਡ ਦੀ ਵੈਕਸੀਨ ਹੈਗੀ ਉਹ ਸ਼ੁਰੂ ਹੋ ਚੁੱਕੀ ਹੈਗੀ ਪੰਜਾਬ ਦੇ ਵਿੱਚ ਵੀ, ਹੁਣ ਦੂਸਰਾ ਦੌਰ ਸ਼ੁਰੂ ਹੋਣ ਵਾਲਾ ਹੈ। ਪੂਰੇ ਦੇਸ਼ ਦੇ ਵਿੱਚ 90 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈਗੀ। ਆਉਣ ਵਾਲੇ ਦਿਨਾਂ 'ਚ ਜਿਹੜੇ ਹੋਰ ਇਸ ਤਰ੍ਹਾਂ ਦੇ ਵੱਖ-ਵੱਖ ਵਰਗ ਨੇ ਉਹਨਾਂ ਨੂੰ ਇਹ ਦਿੱਤੀ ਜਾਣੀ। ਮਾਰਚ ਤੱਕ ਮੇਰੇ ਖਿਆਲ ਕਾਫੀ ਵੱਡੀ ਗਿਣਤੀ 'ਚ ਲੋਕਾਂ ਨੂੰ
ਵੈਕਸੀਨ ਦਿੱਤੀ ਜਾਊਗੀ। ਪਰ ਇਹਦੇ ਵਿੱਚ ਸਾਨੂੰ ਵੈਕਸੀਨ ਤੋਂ ਬਾਅਦ ਵੀ ਲੱਗਣ ਤੋਂ ਬਾਅਦ ਵੀ ਸਾਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਵੈਕਸੀਨ ਤੋਂ ਬਾਅਦ ਵੀ ਇਹ ਬਿਮਾਰੀ, ਕਿਉਂਕਿ ਬਿਮਾਰੀ ਗਈ ਨਹੀਂ, ਬਿਮਾਰੀ ਇੱਥੇ ਹੀ ਹੈ। ਅਸੀਂ ਸਿਰਫ ਉਹਦਾ ਧਿਆਨ ਰੱਖਣਾ, ਅਸੀਂ ਉਹ ਤੋਂ ਦੂਰੀ ਬਣਾ ਕੇ ਰੱਖਣੀ ਹੈ। ਅਸੀਂ ਉਹ ਚੀਜ਼ਾਂ ਨਹੀਂ ਕਰਨੀਆਂ ਜਿਹਦੇ ਨਾਲ ਬਿਮਾਰੀ ਸਾਨੂੰ ਲੱਗ ਸਕਦੀ ਹੈ, ਬਿਮਾਰੀ ਸਾਨੂੰ ਲੱਗ ਸਕਦੀ ਹੈ। ਉਹ ਲਾਗ ਤੋਂ ਬਚਣ ਦੀ ਜ਼ਰੂਰਤ ਹੈ। ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈਗੀ, ਹੱਥ ਸਾਫ਼ ਰੱਖਣੇ ਚਾਹੀਦੇ ਨੇ, ਕਿਸੇ ਵੀ ਭੀੜ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਬਿਹਤਰ ਹੋਊਗਾ ਵੀ ਅਸੀਂ ਕੋਈ ਇਸ ਤਰ੍ਹਾਂ ਦੀ ਸਰਗਰਮੀ ਵਿੱਚ ਸ਼ਾਮਲ ਨਾ ਹੋਈ ਜਿੱਥੇ ਬਹੁਤ ਜ਼ਰੂਰੀ ਨਹੀਂ ਹੈਗਾ। ਜਿਹੜੇ ਵੱਡੇ ਇਕੱਠ ਨੇ, ਖਾਸ ਤੌਰ 'ਤੇ ਸਿਨੇਮੇ ਜਾਂਦੇ ਹਾਂ ਅਸੀਂ ਜਾਂ ਹੋਰ ਥਾਵਾਂ 'ਤੇ ਜਾਂਦੇ ਹਾਂ, ਵਿਆਹਾਂ ਦੇ ਵਿੱਚ ਜਾਂਦੇ ਹੈਗੇ, ਉੱਥੇ ਵੀ ਸਾਨੂੰ ਇੱਕ ਦੂਜੇ ਤੋਂ ਇਹ ਚੀਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਕਿਉਂਕਿ ਲਾਗ ਦੀ ਜਿਹੜੀ ਵੱਡੀ ਸੰਭਾਵਨਾ ਭੀੜ ਦੇ ਵਿੱਚ ਹੁੰਦੀ ਹੈ। ਭੀੜ ਤੋਂ ਸਾਨੂੰ ਬਚਣਾ ਚਾਹੀਦਾ ਹੈਗਾ। ਤੇ ਜਿਹੜੀ ਦੂਸਰੀ ਹੈਗੀ ਵੈਕਸੀਨ ਦੇ ਬਾਰੇ 'ਚ ਕੋਈ ਕਿਸੇ ਤਰ੍ਹਾਂ ਦੀ ਗਲਤਫਹਿਮੀ ਸਾਨੂੰ ਨਹੀਂ ਰਹਿਣਾ ਚਾਹੀਦਾ। ਵੈਕਸੀਨ ਦੇ ਬਹੁਤ ਅੱਛੇ ਨਤੀਜੇ ਆ ਰਹੇ ਨੇ ਤੇ ਸਾਨੂੰ ਜਿਨ੍ਹਾਂ ਨੂੰ ਵੀ ਮੌਕਾ ਮਿਲਦਾ ਵੈਕਸੀਨ ਲਵਾਉਣ ਦਾ, ਵੈਕਸੀਨ ਲਵਾਉਣੀ ਚਾਹੀਦੀ ਹੈਗੀ। ਕਿਸੇ ਭਰਮ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ। ਵੱਡੀ ਗੱਲ ਇਹ ਹੈ ਵੀ ਭਾਰਤ ਦੇ ਵਿੱਚ ਜਿਹੜੀ ਵੈਕਸੀਨ ਬਣਾਉਣ ਦੇ ਵਿੱਚ ਮੋਹਰੀ ਦੇਸ਼ਾਂ ਦੇ ਵਿੱਚ ਇੱਕ ਆ, ਤੇ ਸਾਡੇ ਕੰਪਨੀਆਂ ਵੱਲੋਂ ਬਣਾਈ ਗਈ ਜਿਹੜੀ ਵੈਕਸੀਨ ਆ ਦੂਜੇ ਦੇਸ਼ ਮੰਗ ਰਹੇ ਨੇ, ਦੂਜੇ ਦੇਸ਼ਾਂ ਨੂੰ ਜਾ ਰਹੀ ਹੈਗੀ। 12 ਦੇ ਕਰੀਬ ਦੇਸ਼ਾਂ ਨੂੰ ਭਾਰਤ ਤੋਂ ਵੈਕਸੀਨ ਜਾ ਰਹੀ ਹੈਗੀ। ਇਸ ਕਰਕੇ ਇਹ ਵੈਕਸੀਨ ਜਿਹੜੀ ਭਾਰਤ ਦੀਆਂ ਕੰਪਨੀਆਂ ਨੇ ਬਣਾਈ ਹੈਗੀ ਉਹ ਬਹੁਤ ਨਿਗਰਾਨੀ ਹੇਠ ਬਣਾਈ ਹੈ। ਸਰਕਾਰ ਨੇ ਵੀ ਉਹਦੇ 'ਤੇ ਖਾਸ ਤੌਰ 'ਤੇ ਨਿਗਰਾਨੀ ਰੱਖੀ ਹੈ। ਕਿਸੇ ਤਰ੍ਹਾਂ ਦੀ ਗਲਤਫਹਿਮੀ, ਕਿਸੇ ਤਰ੍ਹਾਂ ਦਾ ਕੋਈ ਜਿਹੜਾ ਦੁਰਪ੍ਰਚਾਰ ਹੋ ਰਿਹਾ ਉਹ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਨੂੰ ਉਹ ਜ਼ਰੂਰਤ ਆ ਜਾਂ ਜਿਨ੍ਹਾਂ ਨੂੰ ਮੌਕਾ ਮਿਲਦਾ ਹੈ, ਸਰਕਾਰ ਕੁਝ ਵਰਗਾਂ ਨੂੰ ਮੁਫਤ ਵੈਕਸੀਨ ਦੇ ਰਹੀ ਹੈਗੀ। ਇਸ ਕਰਕੇ ਉਹ ਵੈਕਸੀਨ ਲਵਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਉਸ ਬਿਮਾਰੀ ਨੂੰ ਖਤਮ ਕਰ ਸਕੀਏ। ਇਹ ਲੜਾਈ ਇਕੱਲੀ ਸਰਕਾਰ ਨਹੀਂ ਲੜ ਸਕਦੀ ਕਿ ਇਹ ਲੜਾਈ ਸਮੂਹਕ ਤੌਰ 'ਤੇ ਲੜਨੀ ਪੈਣੀ, ਕਿਉਂਕਿ ਇਹ ਬਹੁਤ ਵੱਡੀ ਇੱਕ ਬਿਮਾਰੀ ਹੈ। ਸਾਰੇ ਵੱਡੀ ਗਿਣਤੀ 'ਚ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਸਾਡੇ ਕਾਰੋਬਾਰ ਪ੍ਰਭਾਵਿਤ ਹੋਏ ਨੇ ਪਿਛਲੇ 1 ਸਾਲ ਦੇ ਵਿੱਚ। ਇਸ ਕਰਕੇ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ। ਜਿੰਨਾ ਛੇਤੀ ਇਸ ਬਿਮਾਰੀ ਨੂੰ ਖਤਮ ਕਰਾਂਗੇ ਅਸੀਂ, ਉਨਾ ਛੇਤੀ ਅਸੀਂ ਹੋਰ ਅੱਗੇ ਵੱਧ ਸਕਦੇ ਹਾਂ। ਵਿਕਾਸ ਕਾਰਜ ਸਾਡੇ ਸ਼ੁਰੂ ਹੋ ਸਕਦੇ ਨੇ, ਸਾਡੇ ਕੰਮ ਧੰਦੇ ਜਿਹੜੇ ਬੰਦ ਪਏ ਨੇ ਉਹ ਸ਼ੁਰੂ ਹੋ ਸਕਦੇ ਨੇ। ਜੀ ਬਰਾੜ ਸਾਹਿਬ, ਅਗਲੀ ਅਹਿਮ ਜਿਹੜੀ ਖਬਰ ਆ ਰਹੀ ਹੈ ਉਸ ਦੇ ਤਹਿਤ ਇਹ ਕਿਹਾ ਗਿਆ ਕਿ ਕੈਬਨਿਟ ਵੱਲੋਂ ਤਕਰੀਬਨ 12,195 ਕਰੋੜ ਦੀ ਦੂਰ ਸੰਚਾਰ ਉਪਕਰਨ ਯੋਜਨਾ ਦੇ ਤਹਿਤ ਇਸ ਪ੍ਰੋਤਸਾਹਨ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਕੀ ਲੱਗਦਾ ਹੈ ਕਿ ਇਹ ਯੋਜਨਾ ਕੀ ਹੈ, ਕਿਸ ਬਾਰੇ, ਇਸ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਤੇ ਨਾਲ ਹੀ ਇਹ ਯੋਜਨਾ ਕਿਸ ਹੱਦ ਤੱਕ ਕਾਮਯਾਬ ਹੋ ਸਕਦੀ ਹੈ? ਬਿਲਕੁਲ, ਇਹ ਮੇਰੇ ਖਿਆਲ ਇੱਕ ਵੱਡੀ ਯੋਜਨਾ ਹੈ ਸਰਕਾਰ ਦੀ। ਭਾਰਤ ਸਰਕਾਰ ਇਹ ਚਾਹੁੰਦੀ ਹੈ ਵੀ ਕਿਉਂਕਿ ਸਾਡੇ ਜਿਹੜੇ ਦੂਰ ਸੰਚਾਰ ਦੇ ਉਪਕਰਨ ਨੇ, ਮੋਬਾਈਲ ਆ ਜਾਂ ਕੋਈ ਜਿਹੜੇ ਨੈਟਵਰਕ ਦੇ ਜਿਹੜੇ ਹੈਗੇ ਜੰਤਰ ਨੇ, ਉਹ ਦੂਜੇ ਦੇਸ਼ਾਂ ਤੋਂ ਆ ਰਹੇ ਨੇ। ਸਾਡੇ ਦੇਸ਼ 'ਚ ਮੋਬਾਈਲ ਵੀ ਬਹੁਤ ਘੱਟ ਗਿਣਤੀ 'ਚ ਬਣ ਰਿਹਾ ਹੈਗਾ ਜਾਂ ਅਸੀਂ ਬਾਹਰੋਂ ਬਣਾ ਕੇ ਇੱਥੇ ਵੇਚ ਰਹੇ ਹਾਂਗੇ। ਤੇ ਸਰਕਾਰ ਦੀ ਯੋਜਨਾ ਹੈ ਵੀ ਦੂਰ ਸੰਚਾਰ ਦੇ ਜਿਹੜੇ ਜੰਤਰ ਨੇ, ਮੋਬਾਈਲ ਜਾਂ ਹੋਰ ਜਿਹੜੇ ਨੈਟਵਰਕਿੰਗ ਦੇ ਜੰਤਰ ਨੇ, ਉਹ ਸਾਰੇ ਦੇਸ਼ ਵਿੱਚ ਬਣਾਏ ਜਾਣ। ਇਹ ਯੋਜਨਾ 1 ਅਪ੍ਰੈਲ ਤੋਂ ਸ਼ੁਰੂ ਹੋਣੀ ਹੈਗੀ ਤੇ ਅਗਲੇ 5 ਸਾਲ ਲਈ ਚੱਲਣੀ ਹੈ। ਜਿਹੜੀਆਂ ਕੰਪਨੀਆਂ ਇਸ ਖੇਤਰ ਦੇ ਵਿੱਚ ਕੰਮ ਕਰਨਗੀਆਂ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਰਕਮ ਰੱਖੀ ਗਈ ਹੈ। ਮੇਰੇ ਖਿਆਲ ਇਹ ਬਹੁਤ ਵੱਡੀ ਰਕਮ ਹੈਗੀ। ਇਹਦੇ ਨਾਲ ਸਾਡੇ ਜਿਹੜੇ ਇੱਥੇ ਉਪਕਰਨ ਬਣਾਉਣ ਦੇ ਜਿਹੜਾ ਸਿਲਸਿਲਾ, ਜਿਹੜੀ ਇਸ ਤਰ੍ਹਾਂ ਦੀ ਜਿਹੜੀ ਉਦਯੋਗ ਹੈਗਾ ਜਿਹੜਾ ਦੂਰ ਸੰਚਾਰ ਉਪਕਰਨ ਨਾਲ ਜੁੜਿਆ ਹੋਇਆ, ਉਹਦੇ ਲਈ ਇੱਕ ਬੜਾ ਵਧੀਆ ਮੌਕਾ ਹੈ। ਬਾਹਰ ਦੀਆਂ ਕੰਪਨੀਆਂ ਵੀ ਇੱਥੇ ਨਿਵੇਸ਼ ਕਰ ਸਕਦੀਆਂ ਨੇ ਤੇ ਸਾਡੀਆਂ ਦੇਸ਼ੀ ਕੰਪਨੀਆਂ ਵੀ ਇਹਦੇ ਵਿੱਚ ਹੋਰ ਚੰਗਾ ਵਧੀਆ ਕੰਮ ਕਰ ਸਕਦੇ ਨੇ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਹ ਇੱਕ ਵੱਡਾ ਉਦਯੋਗ ਹੈ ਪੂਰੇ ਵਰਲਡ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ। ਜੇ ਅਸੀਂ ਮੋਬਾਈਲ ਦੇ ਵਿੱਚ ਜਾਂ ਜਿਹੜੇ ਹੋਰ ਜੰਤਰ ਨੇ, ਜਿਹੜੇ ਨੈਟਵਰਕ ਜੰਤਰ ਨੇ ਜਾਂ ਉਪਕਰਨ ਨੇ ਜਿਹੜੇ ਉਹ ਬਣਾਉਣ ਦੇ ਵਿੱਚ ਅਸੀਂ ਮਹਾਰਤ ਹਾਸਲ ਕਰ ਲੈਂਦੇ ਹਾਂ ਜਾਂ ਅਸੀਂ ਵੱਡੀ ਗਿਣਤੀ 'ਚ ਬਣਾ ਸਕਦੇ ਹਾਂ, ਤਾਂ ਉਹ ਬਾਹਰਲੇ ਦੇਸ਼ਾਂ ਨੂੰ ਵੀ ਭੇਜੇ ਜਾ ਸਕਦੇ ਨੇ। ਦੁਨੀਆ ਵਿੱਚ ਉਹ ਦੇਸ਼ ਅੱਜ ਤਰੱਕੀ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਨਵੀਂ ਟੈਕਨੋਲੋਜੀ ਨਾਲ ਮੋਬਾਈਲ ਨੇ ਜਿਹੜੇ ਜਾਂ ਹੋਰ ਜਿਹੜੀਆਂ ਚੀਜ਼ਾਂ ਬਣ ਰਹੀਆਂ ਨੇ। ਜੀ, ਇਸ ਦੇ ਨਾਲ ਹੀ ਹੁਣ ਜੇ ਅਸੀਂ ਮੌਸਮ ਵੱਲ ਝਾਤ ਪਾਉਂਦੇ ਹਾਂ ਤਾਂ ਮੌਸਮ ਦੇ ਹਾਲਾਤਾਂ ਦੇ ਅਨੁਸਾਰ ਧੁੰਦ ਦਾ ਕਹਿਰ ਤਾਂ ਜਾਰੀ ਹੈ ਤੇ ਇਹ ਹਾਲਾਤ ਨਾ ਸਿਰਫ ਭਾਰਤ ਦੇ ਵਿੱਚ ਨੇ ਬਲਕਿ ਅਮਰੀਕਾ ਦੇ ਵਿੱਚ ਵੀ 23 ਮੌਤਾਂ ਹੋਈਆਂ ਨੇ ਬਰਫੀਲੇ ਤੂਫਾਨ ਦੇ ਕਾਰਨ। ਜੀ ਕੀ ਲੱਗਦਾ ਇਹਨਾਂ ਹਾਲਾਤਾਂ ਨੂੰ ਕਿਸ ਤਰ੍ਹਾਂ ਅਸੀਂ ਨਜਿੱਠ ਸਕਦੇ ਇਹਨਾਂ ਹਾਲਾਤਾਂ ਦੇ ਨਾਲ? ਦੇਖੋ, ਪਹਿਲੀ ਗੱਲ ਤਾਂ ਇਹ ਵੀ ਸਾਨੂੰ ਹਰ ਵਕਤ ਤਿਆਰ ਰਹਿਣਾ ਚਾਹੀਦਾ ਹੈ। ਜਿਹੜੀਆਂ ਵੀ ਇਸ ਤਰ੍ਹਾਂ ਦੀਆਂ ਮੌਸਮੀ ਤਬਦੀਲੀਆਂ ਹੋ ਰਹੀਆਂ ਨੇ, ਮੌਸਮੀ ਤਬਦੀਲੀਆਂ ਦੇ ਵਿੱਚ ਇੱਕ ਫੈਕਟਰ ਜਿਹੜਾ ਸਾਹਮਣੇ ਆ ਰਿਹਾ ਉਹ ਇਹ ਹੈ ਵੀ ਅਸੀਂ ਜਿਹੜੀ ਛੇੜਛਾੜ ਕੀਤੀ ਹੈ ਕੁਦਰਤ ਦੇ ਨਾਲ, ਉਹਦੇ ਕਾਰਨ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ। ਹੁਣ ਮਤਲਬ ਜਿੱਥੇ ਤੁਸੀਂ ਬਰਫ਼ ਦੀ ਗੱਲ ਕੀਤੀ ਹੈ, ਅਮਰੀਕਾ ਦੇ ਵਿੱਚ ਬਰਫ਼ ਬਹੁਤ, ਸ਼ਿਕਾਗੋ ਦੇ ਵਿੱਚ ਖਾਸ ਤੌਰ 'ਤੇ ਰਿਕਾਰਡ ਟੁੱਟ ਗਿਆ, ਇੰਨੀ ਬਰਫ਼ ਪਈ ਹੈਗੀ। ਤੇ ਜਿਹੜੀਆਂ 23 ਮੌਤਾਂ ਹੋਣਾ ਉਹ ਵੀ ਬਹੁਤ ਚਿੰਤਾਜਨਕ ਹੈ। ਪਰ ਵੱਡੀ ਗੱਲ ਇਹ ਹੈ ਵੀ ਵਿਕਸਿਤ ਦੇਸ਼ਾਂ ਦੇ ਵਿੱਚ ਮੌਸਮ ਦੇ ਮੁਕਾਬਲਾ ਕਰਨ ਲਈ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਲੋਕਾਂ ਨੂੰ ਅਗਾਊਂ ਚੇਤਾਵਨੀ ਦਿੱਤੀ ਜਾਣੀ ਚਾਹੀਦੀ ਸੀਗੀ। ਜਿਹੜੇ ਲੋਕ ਬਾਹਰ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਸੀ ਜਾਂ ਜਿੱਥੇ ਜ਼ਿਆਦਾ ਖਤਰਾ ਸੀਗਾ ਬਰਫੀਲੇ ਤੂਫਾਨ ਦਾ, ਉੱਥੋਂ ਲੋਕਾਂ ਨੂੰ ਕੱਢਿਆ ਜਾਣਾ ਚਾਹੁੰਦਾ ਸੀਗਾ। ਕੋਈ ਜਿਹੜੇ ਛੋਟੇ ਦੇਸ਼ ਨੇ ਜਿਨ੍ਹਾਂ ਕੋਲ ਪ੍ਰਬੰਧ ਨਹੀਂ ਹੈਗਾ ਉਹਨਾਂ ਲਈ ਤਾਂ ਵੱਖਰੀ ਗੱਲ ਹੈ, ਪਰ ਅਮਰੀਕਾ ਵਰਗੇ ਦੇਸ਼ ਦੇ ਵਿੱਚ 23 ਮੌਤਾਂ ਦਾ ਹੋਣਾ ਬਹੁਤ ਬੁਰੀ ਗੱਲ ਹੈ। ਤੇ ਦੂਸਰੀ ਗੱਲ ਹੈ ਵੀ ਮੌਸਮੀ ਤਬਦੀਲੀਆਂ ਨੂੰ ਸਾਨੂੰ ਉਸੇ ਤਰ੍ਹਾਂ ਲੈਣਾ ਚਾਹੀਦਾ ਪਹਿਲਾਂ ਵੀ, ਕਿਉਂਕਿ ਮਨੁੱਖ ਦੀ ਜਿਹੜੀ ਜਾਤੀ ਹੈ ਜਾਂ ਸਾਡੇ ਜਿਹੜੇ ਸੰਸਾਰ ਦੇ ਵਿੱਚ ਜੋ ਸਿਸਟਮ ਬਣਿਆ
ਉਹ ਮੌਸਮਾਂ ਦੇ ਨਾਲ ਜੁੜਿਆ ਹੋਇਆ। ਮੌਸਮ ਦੇ ਨਾਲ ਸਾਡੀ ਸਿਹਤ ਦੇ ਉੱਪਰ ਵੀ ਚੰਗੇ ਅਸਰ ਪੈਂਦੇ ਨੇ, ਕਈ ਬੁਰੇ ਅਸਰ ਵੀ ਪੈਂਦੇ ਨੇ, ਤੇ ਸਾਡੀਆਂ ਫਸਲਾਂ ਦੀ ਜਿਹੜੀ ਹੁੰਦੀਆਂ ਨੇ ਉਹ ਵੀ ਮੌਸਮ ਦੇ ਮੁਤਾਬਕ ਹੀ ਹੁੰਦੇ ਨੇ। ਇਸ ਕਰਕੇ ਇੱਕ ਤਾਂ ਇਹ ਤਬਦੀਲੀਆਂ ਨੂੰ ਸਾਨੂੰ ਸਹਿਜ ਤਰੀਕੇ ਨਾਲ ਲੈਣਾ ਚਾਹੀਦਾ। ਦੂਸਰਾ, ਸਾਨੂੰ ਇਹ ਤਿਆਰੀ ਕਰਨੀ ਚਾਹੀਦੀ ਹੈ ਜਦੋਂ ਕੋਈ ਠੰਡ ਦਾ ਮੌਸਮ ਆਉਂਦਾ ਜਾਂ ਇਸ ਤਰ੍ਹਾਂ ਦਾ ਕੋਈ ਕੁਦਰਤੀ ਕਹਿਰ ਆਉਂਦਾ ਗਾ, ਤਾਂ ਸਾਨੂੰ ਆਪਣੇ ਆਪ ਤਿਆਰੀ ਰੱਖਣੀ ਚਾਹੀਦੀ ਹੈ। ਸਰਕਾਰ ਨੂੰ ਵੀ ਇਹਦੇ ਬਾਰੇ 'ਚ, ਭਾਰਤ ਸਰਕਾਰ ਨੂੰ ਵੀ ਚਾਹੀਦਾ ਵੀ ਇਸ ਤਰ੍ਹਾਂ ਦੇ ਪ੍ਰਬੰਧ ਕਰਨ, ਕਿਤੇ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਾ, ਕਿਸੇ ਜਾਨੀ ਨੁਕਸਾਨ ਨਾ ਹੋਵੇ। ਤੇ ਦੂਸਰਾ ਇਹ ਹੈ ਵੀ ਜਿਹੜੀਆਂ ਮੌਸਮੀ ਤਬਦੀਲੀਆਂ ਜਦੋਂ ਆਉਂਦੀਆਂ ਨੇ ਉਦੋਂ ਅਸੀਂ ਆਪਣੇ ਖਾਣ ਪੀਣ ਵੱਲ, ਆਪਣੀ ਸਿਹਤ ਵੱਲ, ਆਪਣੇ ਕੱਪੜਿਆਂ ਵੱਲ ਤੇ ਆਪਣੇ ਜਿਹੜਾ ਘੁੰਮਣ ਫਿਰਨ ਵੱਲ ਖਾਸ ਤੌਰ ਤੇ ਧਿਆਨ ਸਾਨੂੰ ਦੇਣਾ ਚਾਹੀਦਾ ਜੀ। ਇਸ ਦੇ ਨਾਲ ਹੀ ਜੇ ਅਸੀਂ ਧੁੰਦ ਦੇ ਹਾਲਾਤਾਂ ਵੱਲ ਝਾਤ ਮਾਰਦੇ ਹਾਂ ਤਾਂ ਧੁੰਦ ਦੇ ਵਿੱਚ ਜਿਹੜੀਆਂ ਦੁਰਘਟਨਾਵਾਂ ਨੇ ਉਹਨਾਂ ਦੇ ਕੇਸ ਵੀ ਵੱਧਦੇ ਜਾ ਰਹੇ ਨੇ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਮੇਰੇ ਖਿਆਲ ਅਸੀਂ ਬਹੁਤ ਬੇਧਿਆਨੀ ਵਰਤਦੇ ਹਾਂ ਕਿ ਪਿਛਲੇ 4-5 ਦਿਨਾਂ 'ਚ ਬਹੁਤ ਧੁੰਦ ਪੰਜਾਬ ਦੇ ਵਿੱਚ ਪੈ ਰਹੀ ਹੈਗੀ, ਤੇ ਇਸ ਮੌਕੇ ਤੇ ਸੜਕਾਂ ਉੱਪਰ ਮੇਰੇ ਖਿਆਲ ਘੱਟ ਤੋਂ ਘੱਟ ਉਤਰਿਆ ਜਾਵੇ। ਬਿਹਤਰ ਹੈ ਵੀ ਅਸੀਂ, ਜੇ ਸਾਡੀ ਜ਼ਰੂਰਤ ਨਹੀਂ ਹੈਗੀ ਤਾਂ ਅਸੀਂ ਬਾਹਰ ਨਾ ਨਿਕਲੀਏ। ਅਸੀਂ ਬਹੁਤ ਲੰਬੇ ਰੂਟ ਤੇ ਜਾਂ ਜਿਹੜੀਆਂ ਧੁੰਦ ਵਾਲੀਆਂ ਸੜਕਾਂ ਨੇ, ਘੱਟੋ ਘੱਟ ਉਸ ਸਮੇਂ 'ਚ, ਜਿੰਨੇ ਸਮੇਂ ਸਵੇਰੇ ਧੁੰਦ ਜ਼ਿਆਦਾ ਹੁੰਦੀ ਹੈ ਉਸ ਸਮੇਂ ਸਫ਼ਰ ਨਾ ਕੀਤਾ ਜਾਵੇ। ਦੂਸਰਾ ਇਹ ਹੈ ਵੀ ਸਾਨੂੰ ਜਦੋਂ ਆਪਣੀ ਅਸੀਂ ਗੱਡੀ ਲੈ ਕੇ ਜਾਂਦੇ ਹਾਂ ਜਾਂ ਕੋਈ ਵਹੀਕਲ ਲੈ ਕੇ ਜਾਂਦੇ ਹਾਂ, ਸਾਨੂੰ ਉਹਦੀ ਚੈੱਕਅਪ, ਮਕੈਨੀਕਲ ਚੈੱਕਅਪ ਪੂਰੀ ਤਰ੍ਹਾਂ ਕਰਾਉਣੀ ਚਾਹੀਦੀ ਹੈ। ਉਹਦੀ ਲਾਈਟ ਸਿਸਟਮ ਦਾ, ਬ੍ਰੇਕ ਸਿਸਟਮ ਦਾ, ਇੱਕ ਅਸੀਂ ਸਪੀਡ ਦਾ ਖਿਆਲ ਰੱਖੀਏ ਸਾਰੇ। ਇੱਕ ਇਹ ਹੈ ਵੀ ਸਾਰੇ ਅਸੀਂ ਜਿਨ੍ਹਾਂ ਨੂੰ ਡਰਾਈਵਿੰਗ ਅੱਛੀ ਨਹੀਂ ਆਉਂਦੀ, ਜਿਹੜੇ ਡਰਾਈਵਿੰਗ ਯੋਗ ਨਹੀਂ ਹੈਗੇ, ਉਹ ਘੱਟੋ ਘੱਟ ਇਹੋ ਜਿਹੇ ਮੌਸਮ ਦੇ ਵਿੱਚ ਡਰਾਈਵ ਨਾ ਕਰਨ। ਜਦੋਂ ਉਹ ਡਰਾਈਵ ਕਰਦੇ ਨੇ ਤਾਂ ਮੁਸ਼ਕਿਲ ਪੈਦਾ ਹੁੰਦੀ ਹੈਗੀ। ਇਸ ਕਰਕੇ ਸਾਨੂੰ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਟ੍ਰੇਨ ਕਰਨਾ ਚਾਹੀਦਾ। ਜਿਹੜੇ ਡਰਾਈਵਰਾਂ ਕੋਲੇ ਚੰਗਾ ਤਜਰਬਾ ਹੈ ਉਹੀ ਸਿਰਫ ਇਸ ਮੌਸਮ ਦੇ ਵਿੱਚ ਗੱਡੀ ਚਲਾਉਣ, ਦੂਸਰੇ ਨਾ ਚਲਾਉਣ। ਜੀ, ਇਸ ਦੇ ਨਾਲ ਹੀ ਬਰਾੜ ਸਾਹਿਬ, ਜਿਸ ਤਰ੍ਹਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ 2022 ਦੇ ਵਿੱਚ ਹੋਣ ਵਾਲੀਆਂ ਨੇ, ਤੇ ਅੱਜ ਜਿਹੜਾ ਨਤੀਜੇ ਅਸੀਂ ਗੱਲ ਕਰ ਰਹੇ ਹਾਂ, ਜਿਨ੍ਹਾਂ ਨਤੀਜਿਆਂ ਦੇ ਬਾਰੇ ਕਿ ਕੱਲ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਜਿਹੜੇ ਐਲਾਨੇ ਗਏ ਨੇ, ਇਹਨਾਂ ਨਤੀਜਿਆਂ ਦਾ ਵਿਧਾਨ ਸਭਾ ਦੀਆਂ ਚੋਣਾਂ ਦੇ ਉੱਪਰ ਕੀ ਅਸਰ ਹੋ ਸਕਦਾ ਹੈ? ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਮੇਰੇ ਕੋਲ ਅਸਰ ਤਾਂ ਨਹੀਂ ਆਪਾਂ ਦੇਖ ਸਕਦੇ, ਕਿਉਂਕਿ ਹਾਲਾਤ ਹਲੇ 1 ਸਾਲ ਪਿਆ। 1 ਸਾਲ ਦੇ ਵਿੱਚ ਸਿਆਸੀ ਹਾਲਾਤ ਹਰ ਪਲ ਬਦਲਦੇ ਨੇ, ਹਰ ਮਿੰਟ ਬਦਲਦੇ ਨੇ, ਪਰ ਇੱਕ ਸੰਕੇਤ ਹੈਗਾ। ਕੋਈ ਹਾਲਾਤ ਪੰਜਾਬ ਦੀ ਜਿਹੜੀ ਸਿਆਸੀ ਸਥਿਤੀ ਹੈ, ਜਿਹੜੀ ਇਹ ਚੋਣਾਂ ਤੋਂ ਬਾਅਦ ਜੇ ਦੇਖੀ ਅਸੀਂ, ਜੇ ਸਹੀ ਤਰੀਕੇ ਨਾਲ, ਤਾਂ ਉਹ ਕੋਈ ਵੱਖਰੀ ਨਹੀਂ ਹੈਗੀ। ਜਿਹੜੀ 2017 ਦੀ ਵਿਧਾਨ ਸਭਾ ਚੋਣ ਸੀ ਉਸ ਤਰ੍ਹਾਂ ਦੀ ਸਥਿਤੀ ਹਲੇ ਵੀ ਬਣੀ ਹੋਈ ਹੈ। ਸਿਰਫ ਇਹ ਹੈ ਵੀ ਸ਼ਹਿਰੀ ਖੇਤਰ ਦੇ ਵਿੱਚ ਜਿਹੜੀਆਂ ਪਾਰਟੀਆਂ ਸਰਗਰਮ ਸੀ, ਖਾਸ ਤੌਰ ਤੇ ਭਾਜਪਾ ਦਾ ਜਿਹੜਾ ਇਸ ਚੋਣਾਂ ਦੇ ਵਿੱਚ ਜਿਹੜੀ ਪਰਫਾਰਮੈਂਸ ਉਸ ਤਰ੍ਹਾਂ ਨਹੀਂ ਹੈਗੀ ਜਿਸ ਤਰ੍ਹਾਂ ਅਸੀਂ ਉਮੀਦ ਕਰਦੇ ਸੀਗੇ। ਸ਼ਹਿਰੀ ਖੇਤਰ ਦੇ ਵਿੱਚ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ, ਅਕਾਲੀ ਦਲ ਦਾ ਕੋਈ ਬਹੁਤਾ ਵੱਡਾ ਆਧਾਰ ਨਹੀਂ ਹੈਗਾ ਸ਼ਹਿਰੀ ਖੇਤਰ ਦੇ ਵਿੱਚ। ਆਪ ਦਾ ਕਈ ਥਾਵਾਂ ਤੇ ਚੰਗਾ ਆਧਾਰ ਹੈਗਾ, ਪਰ ਆਪ ਦੀ ਪਰਫਾਰਮੈਂਸ ਵੀ ਚੰਗੀ ਨਹੀਂ। ਇਹ ਜੇ ਪਰਫਾਰਮੈਂਸ ਚੰਗੀ ਨਹੀਂ ਤਾਂ ਲੀਡਰਸ਼ਿਪ ਪੱਧਰ ਤੇ ਜਾਂ ਨੀਤੀਆਂ ਪੱਧਰ ਤੇ ਇਹ ਗੱਲ ਵਾਪਰਦੀ ਹੈਗੀ। ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਦੀ, ਖਾਸ ਤੌਰ ਤੇ ਅਕਾਲੀ ਦਲ ਨੂੰ, ਪਰ ਅਕਾਲੀ ਦਲ ਨੇ ਇਸ ਚੋਣਾਂ ਦੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਉਹਦੀ ਪਰਫਾਰਮੈਂਸ ਆਪ ਦੇ ਮੁਕਾਬਲੇ 'ਚ ਬਿਹਤਰ ਰਹੀ ਹੈਗੀ। ਸਭ ਤੋਂ ਜਿਹੜਾ ਪਿੱਛੇ ਰਹੀ ਹੈਗੀ ਉਹ ਭਾਜਪਾ ਰਹੀ ਹੈਗੀ। ਤੇ ਸਾਰੀਆਂ ਪਾਰਟੀਆਂ ਨੂੰ ਸੋਚਣਾ ਚਾਹੀਦਾ ਵੀ ਲੋਕ ਕੀ ਚਾਹੁੰਦੇ ਨੇ, ਲੋਕਾਂ ਦੀ ਕਿਸ ਤਰ੍ਹਾਂ ਦੀ ਮਾਨਸਿਕਤਾ, ਉਸ ਮੁਤਾਬਕ ਹੀ ਕੰਮ ਕਰਨਾ ਚਾਹੀਦਾ ਜੀ। ਇਸ ਦੇ ਨਾਲ ਹੀ ਬਰਾੜ ਸਾਹਿਬ, ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਇੱਥੇ ਹੀ ਖਤਮ ਹੋ ਰਿਹਾ। ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਸਾਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਸਾਡੇ ਦਰਸ਼ਕਾਂ ਦਾ ਵੀ ਸ਼ੁਕਰੀਆ। ਜੁੜੇ ਰਹੋ ਡੀਡੀ ਪੰਜਾਬੀ ਦੇ ਨਾਲ।